ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋ ਅੱਜ ਆਪਾਂ ਗੱਲ ਕਰਾਂਗੇ 1984 ਦੇ ਇੱਕ ਦ੍ਰਿਸ਼ ਦੀ, ਜਦੋਂ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੀ। ਸੋ ਜਿਸ ਨੇ ਇਹ ਆਰਡਰ ਦਿੱਤੇ, ਕਮਾਂਡ ਦਿੱਤੀ ਸੀ, ਉਹੀ ਇਸ ਮੌਕੇ 'ਤੇ ਆਈ, ਕਿਉਂਕਿ ਉਹ ਉਸ ਟਾਈਮ ਦੇਸ਼ ਦੀ ਪ੍ਰਧਾਨ ਮੰਤਰੀ ਸੀ ਅਤੇ ਉਹ ਮੌਕਾ ਦੇਖਣ ਆਈ ਸੀ। 30 ਜੂਨ ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਹਿੱਤ ਜਦੋਂ ਆਈ ਤਾਂ ਉਹਨਾਂ ਨਾਲ ਹੋਰ ਲੋਕ ਵੀ ਦਰਸ਼ਨ ਕਰਨ ਆਏ ਸੀ ਅਤੇ ਗਿਆਨੀ ਕਿਰਪਾਲ ਸਿੰਘ ਜੀ ਦੇ ਅਨੁਸਾਰ 4 ਸਿੰਘ ਸਾਹਿਬਾਨਾਂ ਨੇ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰਵਾਉਣ ਵਾਲੀ ਪ੍ਰਧਾਨ ਮੰਤਰੀ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। ਪਰ ਫਿਰ ਉਹਨਾਂ ਨੂੰ ਕੁਝ ਅਧਿਕਾਰੀਆਂ ਨੇ ਇਹ ਸਲਾਹ ਦਿੱਤੀ ਵੀ ਤੁਸੀਂ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਸਮੇਂ ਹੋਏ ਜ਼ੁਲਮ ਦੀ ਦਾਸਤਾਨ ਖੁੱਲ੍ਹ ਕੇ ਸੁਣਾਓ ਅਤੇ ਹੋਈ ਤਬਾਹੀ ਅਤੇ ਬਰਬਾਦੀ ਨੂੰ ਦਿਖਾਓ ਅਤੇ ਕਰਕੇ ਉਹਨਾਂ ਦੇ ਇੰਦਰਾ ਗਾਂਧੀ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਆਉਣ ਸਮੇਂ ਉਹਨਾਂ ਨਾਲ ਬਾਹਰ ਆ ਕੇ ਪਹਿਲਾਂ CRP ਅਤੇ ਫਿਰ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ ਗਏ। ਫਿਰ ਪੁਲ 'ਤੇ ਖੜ੍ਹੇ ਹੋ ਕੇ ਦਰਸ਼ਨੀ ਡਿਊਟੀ 'ਚ ਗੋਲੀਆਂ ਨਾਲ ਹੋਏ ਮਗੋਰੇ ਦਿਖਾਏ ਅਤੇ ਕਿਹਾ ਕਿ ਖੱਬੇ ਹੱਥ ਉੱਪਰਲੇ ਕਮਰੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਏ ਅਤੇ ਹੇਠਲੇ ਕਮਰੇ ਵਿੱਚ ਸੋਨਾ ਚਾਂਦੀ ਦੀਆਂ 2 ਪਾਲਕੀਆਂ, ਦਰਬਾਰ ਸਾਹਿਬ ਦੀਆਂ ਚਾਦਰਾਂ, ਗਲੀਚੇ, ਰੁਮਾਲੇ, ਚਾਨਣੀਆਂ, ਜ਼ੌਰ ਅਤੇ ਹੋਰ ਸਮਾਨ ਦਾ ਸਟੋਰ ਸੀ, ਜੋ ਸਾਰਾ ਸਾੜ ਕੇ ਤਬਾਹ ਕਰ ਦਿੱਤਾ ਗਿਆ ਅਤੇ ਹੇਠਲੇ ਕਮਰੇ ਵਿੱਚ ਹੈੱਡ ਗ੍ਰੰਥੀ ਸਾਹਿਬ ਦਾ ਦਫ਼ਤਰ ਅਤੇ ਉੱਪਰ ਖਜ਼ਾਨਾ ਏ। ਇਹਨਾਂ ਵਿੱਚ ਤਾਂ ਕੋਈ ਵੀ ਨਹੀਂ ਸੀ। ਇਹਨਾਂ ਵਿੱਚ ਤਾਂ ਟੈਂਕਾਂ ਅਤੇ ਤੋਪਾਂ ਦੇ ਗੋਲੇ ਮਾਰ ਕੇ ਇਹਨਾਂ ਨੂੰ ਫੌਜ ਨੇ ਕਿਉਂ ਤਬਾਹ ਕੀਤਾ। ਅਤੇ ਜਦੋਂ ਸਿੰਘ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਦੀ ਤਬਾਹੀ ਦਿਖਾਈ, ਗੋਬਿੰਦ ਦੇ ਸੋਨੇ ਜੜੇ ਪੱਤਰੇ ਉਖੜੇ ਅਤੇ ਥੱਲੇ ਡਿੱਗੇ ਦਿਖਾਏ, ਸਾਹਮਣੇ ਸਾਰੀਆਂ ਮੰਜ਼ਲਾਂ ਦੇ ਬੂਹੇ ਬਾਰੀਆਂ ਅਤੇ ਟੁੱਟੇ ਭੱਜੇ ਦਰਵਾਜ਼ੇ ਦਿਖਾਏ, ਪਹਿਲੀ ਮੰਜ਼ਲ ਦੀ ਸੁਨਹਿਰੀ ਪਾਲਕੀ, ਰੁਮਾਲੇ ਅਤੇ ਸ਼ਾਸਤਰਾਂ ਬਾਰੇ ਵੇਰਵੇ ਸਹਿਤ ਦੱਸਿਆ, ਤਾਂ ਇੰਦਰਾ ਗਾਂਧੀ ਨੇ ਇਹ ਕਿਹਾ ਕਿ वहाँ 2 खाड़कू छिपे हुए थे, उन्होंने वहाँ किला बना लिया था। ਤਾਂ ਇਹ ਸੁਣ ਕੇ ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਬਾਕੀ ਗੁਰਦੁਆਰਿਆਂ ਵਿੱਚ ਤਾਂ ਖਾੜਕੂ ਨਹੀਂ ਸੀ, ਉੱਥੇ ਫੌਜੀ ਹਮਲਾ ਕਿਉਂ ਕੀਤਾ। ਅਤੇ ਹੋਰ ਦੱਸਿਆ ਕਿ ਤੇਜਾ ਸਿੰਘ, ਸਮੁੰਦਰੀ ਹਾਲ, ਗੁਰੂ ਨਾਨਕ ਨਵਾਜ਼ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕੰਪਲੈਕਸ ਉੱਪਰ ਪੂਰਾ ਕਬਜ਼ਾ ਕਰਨ ਤੋਂ ਬਾਅਦ 1 ਜੂਨ ਨੂੰ ਜਾਣ ਬੁੱਝ ਕੇ ਅੱਗ ਲਾ ਕੇ ਸਾੜਿਆ ਗਿਆ ਅਤੇ ਇੱਥੇ ਬਹੁਤ ਹੀ ਕੀਮਤੀ ਰਿਕਾਰਡ ਅਤੇ ਲਾਇਬ੍ਰੇਰੀ 'ਚ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਹੋਰ ਦੁਰਲੱਭ ਖਰੜੇ ਅਤੇ ਹੁਕਮਨਾਮੇ ਸੀ, ਜੋ ਹੁਣ ਕਰੋੜਾਂ ਰੁਪਏ ਵਿੱਚ ਵੀ ਨਹੀਂ ਮਿਲ ਸਕਦੇ। ਅਤੇ ਇਹ ਸਿੱਖ ਕੌਮ ਦਾ ਮਹਾਨ ਕੀਮਤੀ ਵਿਰਸਾ ਸੜ ਕੇ ਸਵਾਹ ਹੋਇਆ ਅਤੇ ਕਿਸੇ ਸਮੇਂ ਵਿਦੇਸ਼ੀ ਗੋਰਿਆਂ, ਪਠਾਣਾਂ, ਖਿਲਜੀਆਂ ਅਤੇ ਮੁਗਲਾਂ ਨੇ ਭਾਰਤ ਦੀਆਂ ਲਾਇਬ੍ਰੇਰੀਆਂ ਸਾੜੀਆਂ ਸੀ। ਪਰ ਇਹ ਸਾਡੀ ਆਪਣੀ ਆਜ਼ਾਦ ਦੇਸ਼ ਭਾਰਤ ਦੀ ਸਰਕਾਰ ਦੀ ਫੌਜੀਆਂ ਤੁਹਾਡੇ ਹੁਕਮ ਨਾਲ ਸਭ ਕੁਝ ਸਾੜ ਕੇ ਸਦਾ ਲਈ ਕਲੰਕ ਖੱਟ ਲਿਆਏ। ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਵਾਇਆ ਗਿਆ। ਸੋ ਉਸ ਸਮੇਂ ਇਹ ਵੀ ਪਤਾ ਲੱਗਿਆ ਕਿ ਕੁਝ ਗੱਲਾਂ ਦੇ ਆਰਡਰ ਦਿੱਤੇ ਹੀ ਨਹੀਂ ਸੀ ਅਤੇ ਕੁਝ ਗੱਲਾਂ ਉਸ ਤੱਕ ਪਹੁੰਚੀਆਂ ਵੀ ਨਹੀਂ ਸੀ। ਅਤੇ ਸਿੰਘ ਸਾਹਿਬ ਨੇ ਕਿਹਾ ਕਿ ਤੁਹਾਡੇ ਫੌਜੀ ਪਰਿਕਰਮਾ ਵਿੱਚ ਬੂਟ ਪਾ ਕੇ ਨੰਗੇ ਸਿਰ ਫਿਰਦੇ ਰਹੇ ਅਤੇ ਸਿਗਰਟਾਂ ਪੀਂਦੇ ਰਹੇ ਅਤੇ ਪਵਿੱਤਰ ਸਰੋਵਰ ਦੇ ਜਲ ਨਾਲ ਕੱਪੜੇ ਧੋਂਦੇ ਰਹੇ। ਤੁਹਾਡੀ ਫੌਜ ਨੇ ਮੁਗਲਾਂ ਤੋਂ ਵੱਧ ਜ਼ੁਲਮ ਕੀਤੇ ਨੇ। ਤੁਹਾਡੇ ਕੋਲ ਸਹੀ ਰਿਪੋਰਟਾਂ ਨਹੀਂ ਪੁੱਜਦੀਆਂ। ਅਤੇ ਉਹਨਾਂ ਇਹ ਵੀ ਕਿਹਾ ਜੇ ਵਿਦੇਸ਼ੀ ਫੌਜ ਹੁੰਦੀ ਤਾਂ ਸਾਨੂੰ ਇੰਨਾ ਦੁੱਖ ਨਾ ਹੁੰਦਾ। ਅਸੀਂ ਇਸ ਦੇਸ਼ ਦੇ ਵਾਸੀ ਹਾਂ ਅਤੇ ਇਹ ਸਾਡੀ ਆਪਣੀ ਫੌਜ ਹੈ। ਸਿੱਖ ਕੌਮ ਨੇ ਹਮੇਸ਼ਾ ਦੇਸ਼ ਦੀ ਆਜ਼ਾਦੀ ਲਈ ਪਿੱਛੋਂ ਇਸ ਨੂੰ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ ਨੇ।
ਪਰ ਤੁਸੀਂ ਇਸ ਬਹਾਦਰ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਹੈ। ਜਿਹੜੀ ਕੌਮ ਹਮੇਸ਼ਾ ਦੇਸ਼ ਭਗਤ ਤੇ ਵਫਾਦਾਰ ਰਹੀ ਹੈ, ਉਸ ਨਾਲ ਇੰਨਾ ਮਾੜਾ ਸਲੂਕ ਕੀਤਾ ਕਿ ਸਾਰੀ ਕੌਮ ਦੇ ਹਿਰਦੇ ਛਲਣੀ ਹੋ ਗਏ ਨੇ। ਇਹ ਸਭ ਕੁਝ ਸੁਣ ਕੇ ਇੰਦਰਾ ਗਾਂਧੀ ਕਹਿਣ ਲੱਗੀ, ਅਬ ਕਿਆ ਹੋ ਸਕਤਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਤੁਰੰਤ ਫੌਜ ਬਾਹਰ ਭੇਜ ਦਿਓ। ਤਾਂ ਉਸਨੇ ਕਿਹਾ ਕਿ ਇਹ ਤਾਂ ਮੁਸ਼ਕਿਲ ਹੋਗਾ, ਜਰਨੈਲ ਨਹੀਂ ਮਾਨਤੇ। ਤੇ ਉਸਨੇ ਕਿਹਾ, ਮੈਨੂੰ ਜਰਨੈਲਾਂ ਨਾਲ ਗੱਲ ਕਰ ਲੈਣ ਦਿਓ, ਮੈਨੂੰ 2 ਕੁ ਦਿਨ ਹੋਰ ਦਿਓ। ਇਹ ਐਕਸ਼ਨ ਤੋਂ ਬਾਅਦ ਸਿੰਘ ਸਾਹਿਬ ਨੇ ਫੈਸਲਾ ਕੀਤਾ ਸੀ ਕਿ ਦਰਬਾਰ ਸਾਹਿਬ ਵੱਲੋਂ ਕਿਸੇ ਨੂੰ ਵੀ ਸਰੋਪਾ ਨਾ ਦਿੱਤਾ ਜਾਵੇ ਤੇ ਇਸ ਕਰਕੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਕੇਂਦਰੀ ਮੰਤਰੀ ਸ੍ਰੀ ਬੂਟਾ ਸਿੰਘ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਰੋਪਾ ਨਹੀਂ ਪਾਇਆ ਗਿਆ। ਸੋ ਸਾਡੇ ਗੁਰੂ ਘਰ ਵਿੱਚ ਸਰੋਪਾ ਪਾਉਣਾ ਬਹੁਤ ਮਾਣ ਤੇ ਸਤਿਕਾਰ ਵਾਲੀ ਗੱਲ ਹੁੰਦੀ ਹੈ। ਪਰ ਉਸ ਸਮੇਂ ਪ੍ਰਧਾਨ ਮੰਤਰੀ ਨੂੰ ਮੌਕੇ 'ਤੇ ਸਭ ਕੁਝ ਦਿਖਾਇਆ ਗਿਆ ਤੇ ਚੰਗੀ ਤਰ੍ਹਾਂ ਅਹਿਸਾਸ ਵੀ ਕਰਵਾਇਆ ਗਿਆ। ਅਤੇ ਜਦੋਂ ਪ੍ਰਧਾਨ ਮੰਤਰੀ ਨੇ ਇਹ ਸਾਰਾ ਹਾਲ ਦੇਖਿਆ ਤਾਂ ਉਸ ਨੂੰ ਇਹ ਡਰ ਸੀ ਕਿ ਜਦੋਂ ਸੰਗਤਾਂ ਇੱਥੇ ਆਉਣਗੀਆਂ ਤਾਂ ਇਹ ਸਾਰਾ ਕੁਝ ਦੇਖ ਕੇ ਸੰਗਤਾਂ ਦੇ ਅੰਦਰ ਸਰਕਾਰ ਲਈ ਬਹੁਤ ਨਫ਼ਰਤ ਪੈਦਾ ਹੋ ਸਕਦੀ ਹੈ। ਸੋ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ। ਸਰਕਾਰ ਨੂੰ ਇਹ ਡਰ ਸੀ ਕਿ ਹੋ ਸਕਦਾ ਧਾਰਮਿਕ ਸਥਾਨਾਂ 'ਤੇ ਇਹ ਦਿਲ ਦਹਿਲਾਊ ਦ੍ਰਿਸ਼ ਦੇਖ ਕੇ ਆਮ ਸੰਗਤਾਂ ਦੇ ਧਾਰਮਿਕ ਜਜ਼ਬਾਤ ਭੜਕ ਜਾਣਗੇ, ਸਾਰੀ ਕੌਮ ਸਰਕਾਰ ਤੋਂ ਬਾਗੀ ਨਾ ਹੋ ਜਾਵੇ ਤੇ ਜਿਸ ਤੋਂ ਬਾਅਦ ਇਹ ਸਾਰੀ ਸਥਿਤੀ ਨੂੰ ਸੰਭਾਲਣ ਲਈ ਸਰਕਾਰ ਲਈ ਮੁਸ਼ਕਿਲ ਹੋ ਜਾਵੇ। ਸੋ ਇਸ ਕਰਕੇ ਉਹ ਚਾਹੁੰਦੀ ਸੀ ਛੇਤੀ ਤੋਂ ਛੇਤੀ, ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮੁਰੰਮਤ ਕੀਤੀ ਜਾਵੇ। ਤੇ ਇੱਕ ਹੋਰ ਖਬਰ ਨੇ ਸਰਕਾਰ ਨੂੰ ਬਹੁਤ ਡਰਾਇਆ ਤੇ ਉਹ ਇਹ ਸੀ ਕਿ ਬਹੁਤ ਸਾਰੇ ਲੋਕਾਂ ਵੱਲੋਂ ਬਾਹਰੋਂ ਪੱਤਰਾਂ ਰਾਹੀਂ ਸੁਝਾਅ ਦਿੱਤੇ ਗਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅੱਧ ਢਹੀ ਇਮਾਰਤ ਨੂੰ ਮੁਰੰਮਤ ਨਾ ਕਰਵਾਇਆ ਜਾਵੇ ਅਤੇ ਨਾ ਹੀ ਪੁਰਾਣੀ ਇਮਾਰਤ ਢਾਹ ਕੇ ਇਸ ਦੀ ਜਗ੍ਹਾ ਨਵੀਂ ਇਮਾਰਤ ਬਣਾਈ ਜਾਵੇ, ਸਗੋਂ ਇਹੀ ਰੂਪ ਵਿੱਚ ਇਸ ਨੂੰ ਰਿਜ਼ਰਵ ਕਰਕੇ ਰੱਖ ਲਿਆ ਜਾਵੇ। ਸੋ ਬਾਹਰੋਂ ਲੋਕਾਂ ਨੇ ਪੱਤਰਾਂ ਰਾਹੀਂ ਸੁਝਾਅ ਪੇਸ਼ ਕੀਤੇ ਕਿ ਵਿਦੇਸ਼ਾਂ ਵਿੱਚ ਦੂਜੀ ਵੱਡੀ ਜੰਗ ਪਿੱਛੋਂ ਇੰਗਲੈਂਡ ਅਤੇ ਹੋਰ ਥਾਵਾਂ ਨੇ ਬੰਬਵਾਰੀ ਕਾਰਨ ਬਰਬਾਦ ਹੋਏ ਗਿਰਜਿਆਂ ਨੂੰ ਜਿਉਂ ਦਾ ਤਿਉਂ ਹੀ ਸੰਭਾਲ ਕੇ ਰੱਖਿਆ ਹੋਇਆ ਹੈ, ਤਾਂ ਜੋ ਆਉਣ ਵਾਲੀ ਪੀੜ੍ਹੀਆਂ ਇਹ ਨੁਕਸਾਨ ਦੇਖ ਸਕਣ ਅਤੇ ਨੇੜੇ ਤੋਂ ਜੁੜ ਸਕਣ। ਤੁਸੀਂ ਸ਼ਾਇਦ ਕਵੈਟਰੀ ਦਾ ਗਿਰਜਾ ਆਪਣੀ ਇੰਗਲੈਂਡ ਦੀ ਯਾਤਰਾ ਵਿੱਚ ਦੇਖਿਆ ਹੋਣਾ। ਸੋ ਉਹਨਾਂ ਨੇ ਉਹ ਪੁਰਾਣਾ ਢਹਿਆ ਹੋਇਆ ਗਿਰਜਾ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਅਤੇ ਨਵਾਂ ਵੱਖਰਾ ਬਣਾਇਆ ਗਿਆ। ਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜੋ ਸਾਡਾ ਇਹ ਨੁਕਸਾਨ ਹੋਇਆ, ਅਪਮਾਨ ਹੋਇਆ, ਇਹ ਸਾਡੀ ਆਉਣ ਵਾਲੇ ਬੱਚੇ ਤੇ ਬੱਚੀਆਂ ਦੇਖ ਸਕਣ, ਤਾਂ ਜੋ ਇਸ ਨਿੰਦਣਯੋਗ ਕਾਰਵਾਈ ਦਾ ਅਫਸੋਸ ਕਰ ਸਕਣ। ਕਿਉਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਇਸ ਸਾਰੀ ਚੀਜ਼ ਨੂੰ ਅਸਲੀਅਤ ਵਿੱਚ ਦੇਖ ਸਕਣਗੀਆਂ। ਤੇ ਉਹਨਾਂ ਦਾ ਕਹਿਣਾ ਸੀ ਕਿ ਨਵੀਂ ਇਮਾਰਤ ਨੂੰ ਅਲੱਗ ਜਾਂ ਇੱਕ ਪਾਸੇ ਉਸਾਰਿਆ ਜਾਵੇ। ਸੋ ਇੱਥੋਂ ਸਿੰਘ ਸਾਹਿਬ ਦੱਸਦੇ ਨੇ ਕਿ ਪਹਿਲਾਂ ਤਾਂ ਸੁਨੇਹੇ ਪੱਤਰਾਂ ਰਾਹੀਂ ਆਉਂਦੇ ਸੀ ਤੇ ਬਾਅਦ ਵਿੱਚ ਕਈ ਕਾਲੇ ਸੱਜਣਾਂ ਨੇ ਅਖਬਾਰਾਂ ਵਿੱਚ ਵੀ ਭੇਜ ਦਿੱਤੇ। ਇਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਤੁਸੀਂ ਛੇਤੀ ਤੋਂ ਛੇਤੀ, ਘੱਟ ਤੋਂ ਘੱਟ ਸਮੇਂ ਵਿੱਚ ਸ੍ਰੀ ਅਕਾਲ ਤਖਤ ਦੀ ਮੁਰੰਮਤ ਜਾਂ ਨਵ ਨਿਰਮਾਣ ਕਰੋ। ਜਿੰਨਾ ਸਮਾਂ ਇਹ ਸੇਵਾ ਸੰਪੂਰਨ ਨਹੀਂ ਹੁੰਦੀ, ਓਨਾ ਸਮਾਂ ਪ੍ਰਬੰਧ ਲਈ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਫੌਜ ਕੰਪਲੈਕਸ ਦੇ ਅੰਦਰ ਰਹੇਗੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇਕਰ ਪੁਰਾਣੀ ਇਮਾਰਤ ਇੱਥੇ ਖੜ੍ਹੀ ਰਹੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਡੇ ਲਈ ਬਹੁਤ ਜ਼ਿਆਦਾ ਨਫ਼ਰਤ ਹੋਵੇਗੀ। ਅਤੇ ਇਸ ਦੇ ਨਾਲ ਹੀ ਤੁਹਾਨੂੰ ਇੱਕ ਹੋਰ ਗੱਲ ਦਿਲ ਦਹਿਲਾਉਣ ਵਾਲੀ ਦੱਸ ਦਿੰਦੇ ਹਾਂ। ਸਿੰਘ ਸਾਹਿਬ ਨੇ ਦੱਸਦੇ ਨੇ ਕਿ ਅਸੀਂ ਆਉਂਦਿਆਂ ਤੇ ਜਾਂਦਿਆਂ ਕੁਝ ਅਜਿਹੀਆਂ ਕਾਰਪੋਰੇਸ਼ਨ ਦੀਆਂ
ਕੂੜਾ ਢੋਣ ਵਾਲੀਆਂ ਗੱਡੀਆਂ ਦੇਖੀਆਂ ਜਿਨ੍ਹਾਂ ਵਿੱਚ ਇਨਸਾਨੀ ਲਾਸ਼ਾਂ ਲੱਕੜਾਂ ਵਾਂਗ ਲੱਦੀਆਂ ਹੋਈਆਂ ਸੀ ਅਤੇ ਇਸ ਨੂੰ ਇਹ ਵੀ ਦੱਸਿਆ ਗਿਆ ਕਿ ਗਰਮੀ ਕਾਰਨ ਲਾਸ਼ਾਂ ਬਹੁਤ ਹੀ ਖਰਾਬ ਹੋ ਗਈਆਂ ਨੇ ਤੇ ਉਹਨਾਂ ਵਿੱਚੋਂ ਬਹੁਤ ਬਦਬੂ ਆ ਰਹੀ ਸੀ, ਜਿਸ ਕਰਕੇ ਕਾਰਪੋਰੇਸ਼ਨ ਦੇ ਮਜ਼ਦੂਰ ਵੀ ਚੱਕਣ ਤੋਂ ਇਨਕਾਰ ਕਰ ਰਹੇ ਸੀ। ਪਰ ਫੌਜ ਵੱਲੋਂ ਉਹਨਾਂ ਨੂੰ ਲਾਲਚ ਦਿੱਤਾ ਗਿਆ ਤੇ ਉਹਨਾਂ ਨੂੰ 20 ਤੋਂ 40 ਰੁਪਏ ਤੱਕ ਦਿਹਾੜੀ ਦਿੱਤੀ ਗਈ। ਉਸ ਸਮੇਂ ਉਹਨਾਂ ਨੂੰ ਆਪਣੇ ਕੋਲੋਂ ਸ਼ਰਾਬ ਵੀ ਪਿਲਾਈ ਗਈ। ਇਸ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਛੁੱਟੀ ਦਿੱਤੀ ਗਈ ਕਿ ਲਾਸ਼ਾਂ ਦੀਆਂ ਘੜੀਆਂ, ਸੋਨੇ ਦੀਆਂ ਮੁੰਦੀਆਂ, ਕੜੇ ਅਤੇ ਨਗਦ ਮਾਇਆ ਅਤੇ ਜੋ ਵੀ ਕੀਮਤੀ ਚੀਜ਼ਾਂ ਮਿਲਦੀਆਂ ਨੇ ਤਾਂ ਉਹ ਚੱਕਣ ਵਾਲੇ ਰੱਖ ਸਕਦੇ ਨੇ ਅਤੇ ਇਹੀ ਕਾਰਨ ਸੀ ਕਿ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਕਰੀਬੀ ਉਹਨਾਂ ਨੂੰ ਮਿਲ ਹੀ ਨਹੀਂ ਸਕੇ। ਸੋ ਇਹ ਵੀ ਇੱਕ ਉਸ ਸਮੇਂ ਦਾ ਦ੍ਰਿਸ਼ ਸੀ ਜੋ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਜੋ ਕਿ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ ਵਿੱਚੋਂ ਲਿਆ ਗਿਆ। ਬੇਸ਼ੱਕ ਉਹ ਇਮਾਰਤ ਨਹੀਂ ਰੱਖੀ ਗਈ ਪਰ ਫਿਰ ਵੀ 38 ਸਾਲ ਹੋਣ ਤੋਂ ਬਾਅਦ ਵੀ ਇਸ ਤਰ੍ਹਾਂ ਨੂੰ ਅੱਜ ਤੱਕ ਕੋਈ ਨਹੀਂ ਭੁੱਲਿਆ, ਕਿਉਂਕਿ ਇਸ ਹਮਲੇ ਵਿੱਚ ਬਹੁਤ ਹੀ ਬੇਕਸੂਰ ਲੋਕ ਮਾਰੇ ਗਏ ਸੀ, ਜਿਨ੍ਹਾਂ ਵਿੱਚ ਕੁਝ ਕੁ ਮਹੀਨਿਆਂ ਦੇ ਬੱਚੇ ਵੀ ਸੀ। ਅਤੇ ਤੁਹਾਨੂੰ ਦੱਸ ਦਈਏ ਕਿ 38 ਸਾਲਾਂ ਬਾਅਦ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਾਰੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਲੱਗੇ ਪਾਵਨ ਸਰੂਪ ਜੀ ਦੇ ਦਰਸ਼ਨ ਕਰਵਾਏ ਗਏ ਅਤੇ ਉਹ ਗੋਲੀ ਵੀ ਇੱਥੇ ਰੱਖੀ ਗਈ ਹੈ ਅਤੇ ਇਸ ਗੋਲੀ ਨਾਲ 90 ਅੰਗ ਜ਼ਖਮੀ ਹੋਏ ਸੀ। ਜਦੋਂ ਜੂਨ 1984 ਦਾ ਇਹ ਹਮਲਾ ਹੋਇਆ ਸੀ ਤਾਂ ਉਦੋਂ ਇਹ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀ। ਉਸ ਦੌਰਾਨ ਹੋ ਰਹੀ ਗੋਲਾਬਾਰੀ ਵਿੱਚੋਂ ਇੱਕ ਗੋਲੀ ਆ ਕੇ ਪਾਵਨ ਸਰੂਪ ਵਿੱਚ ਲੱਗੀ ਸੀ। ਬੇਸ਼ੱਕ ਅੱਜ 38 ਸਾਲ ਹੋ ਗਏ ਨੇ ਪਰ ਇਸ ਪਾਵਨ ਸਰੂਪ ਦੇ ਦਰਸ਼ਨ ਕਰਨ ਤੋਂ ਬਾਅਦ ਹਰ ਕੋਈ ਇੱਕ ਵਾਰ ਉਸ ਸਮੇਂ ਵਿੱਚ ਜ਼ਰੂਰ ਜਾਵੇਗਾ। ਸੋ ਬਹੁਤ ਸਾਰੇ ਲੋਕਾਂ ਨੂੰ 1 ਤੋਂ 6 ਤੱਕ ਚੱਲੇ ਹਮਲੇ ਬਾਰੇ ਤਾਂ ਪਤਾ ਸੀ ਪਰ ਇਸ ਬਾਰੇ ਨਹੀਂ ਸੀ ਪਤਾ। ਸੋ ਅਸੀਂ ਅਕਸਰ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਜਾਂ ਫਿਰ ਉਹਨਾਂ ਦੀ ਇਤਿਹਾਸ 'ਤੇ ਘੱਟ ਪਕੜ ਹੈ। ਸੋ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਜ਼ਰੂਰੀ ਨਹੀਂ ਕਿ ਹਰ ਕਿਸੇ ਦਾ ਕਿਤਾਬਾਂ ਵਿੱਚ ਇੰਟਰਸਟ ਹੋਵੇ। ਸੋ ਇਸ ਕਰਕੇ ਸਾਨੂੰ ਸਾਡਾ ਇਤਿਹਾਸ ਡਿਜੀਟਲ TV 'ਤੇ ਸੀਰੀਜ਼ ਮੂਵੀਜ਼ ਤੱਕ ਲੈ ਕੇ ਜਾਣਾ ਚਾਹੀਦਾ ਹੈ। ਬੇਸ਼ੱਕ ਇਹ 3D ਜਾਂ ਐਨੀਮੇਸ਼ਨ ਹੀ ਹੋਵੇ ਤਾਂ ਜੋ ਆਉਣ ਵਾਲੀਆਂ ਜਨਰੇਸ਼ਨ ਨੂੰ ਸਮਝਣ ਅਤੇ ਸਮਝਾਉਣ 'ਚ ਸਾਨੂੰ ਆਸਾਨੀ ਹੋਵੇ। ਸੋ ਇਸ ਤਰ੍ਹਾਂ ਕਰਨ ਨਾਲ ਆਉਣ ਵਾਲੀ ਪੀੜ੍ਹੀ ਵਿੱਚ ਹਰ ਤਰ੍ਹਾਂ ਦੇ ਲੋਕਾਂ ਨੂੰ ਇਤਿਹਾਸ ਬਾਰੇ ਤਾਂ ਪਤਾ ਹੋਵੇਗਾ, ਬੇਸ਼ੱਕ ਉਹਨਾਂ ਦਾ ਇਤਿਹਾਸ ਵਿੱਚ ਇੰਟਰਸਟ ਹੋਵੇ ਜਾਂ ਨਾ। ਸੋ ਇੱਥੇ ਕਿਸੇ ਇੱਕ ਧਰਮ ਦੀ ਗੱਲ ਨਹੀਂ। ਇਸ ਤਰ੍ਹਾਂ ਕਰਨ ਨਾਲ ਕਿਸੇ ਵੀ ਧਰਮ ਦਾ ਪ੍ਰਚਾਰ ਕਰਨਾ ਹਰੇਕ ਕੌਮ ਲਈ ਸੌਖਾ ਹੋ ਸਕਦਾ ਹੈ। ਸੋ ਤੁਹਾਡਾ ਇਸ ਬਾਰੇ ਕੀ ਸੋਚਣਾ ਹੈ? ਸੋ ਕਮੈਂਟਾਂ ਵਿੱਚ ਆਪਣੇ ਕੀਮਤੀ ਵਿਚਾਰ ਰਾਏ ਜ਼ਰੂਰ ਦੱਸਿਓ। ਸੋ ਵਧੀਆ ਲੱਗੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਇੱਦਾਂ ਦੀਆਂ ਹੋਰ ਜਾਣਕਾਰੀਆਂ ਪੰਜਾਬ ਦੇ ਇਤਿਹਾਸ ਬਾਰੇ ਵੀਡੀਓ ਤੁਹਾਡੇ ਅੱਗੇ ਲੈ ਕੇ ਆ